ਤੁਸੀਂ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਸੁਣੀਆਂ ਹੋਣਗੀਆਂ ਜਿਨ੍ਹਾਂ ਦੇ ਵਿੱਚ ਪੰਜਾਬੀਆਂ ਨੇ ਆਪਣੀ ਜਾਨ ਦੇ ਉੱਪਰ ਖੇਡ ਕੇ ਲੋਕਾਂ ਦੀ ਜਾਨ ਬਚਾਈ ਹੋਵੇਗੀ ਤੇ ਵਿਦੇਸ਼ਾਂ ਦੇ ਵਿੱਚ ਅਜਿਹੀਆਂ ਕਈ ਘਟਨਾਵਾਂ ਨਿਕਲ ਕੇ ਸਾਹਮਣੇ ਆਈਆਂ ਹਨ ਜਿਨ੍ਹਾਂ ਬਾਰੇ ਸੁਣ ਕੇ ਆਪਾਂ ਮਾਣ ਮਹਿਸੂਸ ਕਰਦੇ ਹਾਂ। ਚਾਹੇ ਉਹ ਖਾਲਸਾ ਏਡ ਕਿਉਂ ਨਾ ਹੋਵੇ ਜੋ ਵਿਪਤਾ ਵਾਲੀ ਜਗ੍ਹਾ ਦੇ ਉੱਤੇ ਪਹੁੰਚ ਕੇ ਲੋਕਾਂ ਦੀ ਮਦਦ ਕਰਦੀ ਹੈ, ਜਾਂ ਫਿਰ ਆਸਟ੍ਰੇਲੀਆ ਦੇ ਵਿੱਚ ਜ਼ਖਮੀ ਬੱਚੀ ਦਾ ਸਿਰ ਜੋ ਕਿ ਲਹੂ ਦੇ ਨਾਲ ਭਰਿਆ ਹੋਇਆ ਸੀ ਉਸ ਨੂੰ ਆਪਣੀ ਪਗੜੀ ਦੇ ਨਾਲ ਬੰਨਣਾ, ਜਾਂ ਫਿਰ ਤੈਰਨਾ ਨਾ ਆਉਣ ਦੇ ਬਾਵਜੂਦ ਵੀ ਡੁੱਬਦੇ ਹੋਏ 3 ਅੰਗਰੇਜ਼ ਬੱਚਿਆਂ ਨੂੰ ਬਚਾਉਣ ਦੇ ਲਈ ਆਪਣੀ ਜਾਨ ਗਵਾਉਣਾ ਕਿਉਂ ਨਾ ਹੋਵੇ। ਅਜਿਹੀਆਂ ਘਟਨਾਵਾਂ ਨੂੰ ਸੁਣ ਕੇ ਸਾਰੀ ਦੁਨੀਆ ਦਾ ਦਿਲ ਦਹਿਲ ਉੱਠਦਾ ਹੈ ਤੇ ਅਜਿਹਾ ਹੀ ਕੁਝ ਭਿਆਨਕ ਅਮਰੀਕਾ ਦੇ ਲਾਸ ਐਂਜਲਿਸ ਦੇ ਵਿੱਚ ਹੋਇਆ। ਇਸ ਬਾਰੇ ਲੜਾਈ ਇਨਸਾਨੀ ਨਹੀਂ ਸਗੋਂ ਉਹਨਾਂ ਤਾਕਤਾਂ ਦੇ ਨਾਲ ਸੀ ਜੋ ਦਿਖਾਈ ਤੱਕ ਨਹੀਂ ਦਿੰਦੀਆਂ ਸੀ ਤੇ ਜਿਨ੍ਹਾਂ ਘਟਨਾਵਾਂ ਤੋਂ ਅਮਰੀਕਾ 1927 ਤੋਂ ਡਰਦਾ ਆ ਰਿਹਾ ਹੈ। ਇਸ ਦਾ ਹੱਲ ਅਮਰੀਕਾ ਦੇ ਕੋਲ ਵੀ ਨਹੀਂ ਪਾਇਆ ਗਿਆ। ਸਾਲ 2015 ਦੀ ਇਹ ਘਟਨਾ ਜਦੋਂ ਹਰਦੇਵ ਸਿੰਘ ਆਪਣੇ ਕਿਸੇ ਕਾਰੋਬਾਰ ਦੇ ਸਿਲਸਿਲੇ ਦੇ ਵਿੱਚ ਲਾਸ ਐਂਜਲਿਸ ਪਹੁੰਚੇ ਤਾਂ ਇੱਥੇ ਦੇ ਸੇਸਿਲ ਹੋਟਲ ਦੇ ਵਿੱਚ ਉਹਨਾਂ ਨੇ ਕਮਰਾ ਬੁੱਕ ਕਰਵਾਇਆ। ਤੁਹਾਨੂੰ ਦੱਸ ਦਿੱਤਾ ਜਾਵੇ ਕਿ ਸੇਸਿਲ ਹੋਟਲ ਕਾਫੀ ਪੁਰਾਣਾ ਹੋਟਲ ਹੈ ਤੇ ਭੂਤਾ ਪ੍ਰੇਤਾਂ ਦਾ ਟਿਕਾਣਾ ਮੰਨਿਆ ਜਾਂਦਾ ਹੈ, ਜਿੱਥੇ ਅੱਜ ਤੱਕ 100 ਲੋਕਾਂ ਦੀ ਅਣਸੁਲਝੀ ਮੌਤਾਂ ਹੋ ਚੁੱਕੀਆਂ ਨੇ। ਹਰਦੇਵ ਸਿੰਘ ਇਸ ਗੱਲ ਬਾਰੇ ਚੰਗੀ ਤਰ੍ਹਾਂ ਜਾਣਦੇ ਸੀ, ਪਰ ਉਹ ਅੰਮ੍ਰਿਤਧਾਰੀ ਸਿੰਘ ਹਰਦੇਵ ਸਿੰਘ ਬਿਨਾਂ ਕਿਸੇ ਦੀ ਪਰਵਾਹ ਕੀਤੇ ਤੀਜੀ ਮੰਜ਼ਲ ਦੇ ਕਮਰੇ ਦੇ ਵਿੱਚ ਰੁਕੇ। ਉਸ ਹੋਟਲ ਦੇ ਵਿੱਚ ਹੋਰ ਕਾਫੀ ਗੈਸਟ ਆ ਕੇ ਰੁਕੇ ਹੋਏ ਸੀ। ਹਰਦੇਵ ਸਿੰਘ ਨੇ ਕੁਝ 8 ਕੁ ਦਿਨ ਇੱਥੇ ਰਹਿਣਾ ਸੀ, ਜਿਨ੍ਹਾਂ ਦੇ ਵਿੱਚੋਂ 2 ਦਿਨ ਉਹ ਵਧੀਆ ਤਰ੍ਹਾਂ ਕੱਟ ਗਏ। ਕਿਸੇ ਭੂਤ ਪ੍ਰੇਤ ਵਾਲੀ ਗੱਲ ਨਹੀਂ ਹੋਈ ਤੇ ਨਾ ਹੀ ਹੋਟਲ ਦੇ ਵਿੱਚ ਕੁਝ ਅਜਿਹਾ ਸੁਣਿਆ। ਆਪਣੇ ਨੇਮ ਅਨੁਸਾਰ ਉਹ ਹਰ ਦਿਨ ਅੰਮ੍ਰਿਤ ਵੇਲੇ ਨਿਤਨੇਮ ਕਰਦੇ ਤੇ 9 ਵਜੇ ਆਪਣੇ ਕਮਰੇ ਦੇ ਵਿੱਚੋਂ ਨਿਕਲਦੇ। ਸੋ ਤੀਸਰੇ ਦਿਨ ਜਦੋਂ ਆਪਣੇ ਕਮਰੇ ਦੇ ਵਿੱਚੋਂ ਨਿਕਲੇ ਤਾਂ 2 ਕਮਰੇ ਛੱਡ ਕੇ ਇੱਕ ਔਰਤ ਆਪਣੇ ਕਮਰੇ ਦੇ ਵਿੱਚ ਕਦੀ ਅੰਦਰ ਜਾ ਰਹੀ ਸੀ ਤੇ ਕਦੀ ਕਮਰੇ ਦੇ ਵਿੱਚੋਂ ਬਾਹਰ ਆ ਰਹੀ ਸੀ। ਅਜਿਹਾ ਲੱਗ ਰਿਹਾ ਸੀ ਕਿ ਜਿਵੇਂ ਕਮਰੇ ਦੇ ਵਿੱਚ ਉਸ ਨੂੰ ਕੋਈ ਡਰਾ ਕੇ ਕੱਢਦਾ ਹੋਵੇ ਤੇ ਡਰ ਕੇ ਦੁਬਾਰਾ ਉਹ ਕਮਰੇ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰ ਰਹੀ ਸੀ। ਹਰਦੇਵ ਸਿੰਘ ਨੂੰ ਫੋਨ ਆਇਆ ਹੋਣ ਕਰਕੇ ਉਹ ਇਹ ਸਭ ਕੁਝ ਖੜੇ ਦੇਖ ਰਹੇ ਸੀ। ਉਹਨਾਂ ਨੇ ਆਪਣਾ ਫੋਨ ਕੱਟ ਕਰਕੇ ਉਸ ਔਰਤ ਦੀ ਮਦਦ ਕਰਨ ਦੇ ਲਈ ਆਪਣੇ ਕਦਮ ਅੱਗੇ ਵਧਾਏ। ਜਦੋਂ ਉਸ ਔਰਤ ਨੂੰ ਪੁੱਛਿਆ ਕਿ ਤੁਹਾਨੂੰ ਕਿਸੇ ਮਦਦ ਦੀ ਲੋੜ ਹੈ ਤਾਂ ਉਹ ਡਰਦੀ ਹੋਈ ਰੋਣ ਲੱਗੀ ਤੇ ਆਪਣੇ ਕਮਰੇ ਦੇ ਵਿੱਚ ਵੜ ਗਈ। ਉਸ ਦੇ ਕਮਰੇ ਦੇ ਵਿੱਚ ਹੋਰ ਕੋਈ ਵੀ ਨਹੀਂ ਸੀ। ਹਰਦੇਵ ਸਿੰਘ ਉੱਥੋਂ ਚਲੇ ਗਏ ਤੇ ਉਸ ਦਿਨ ਤੋਂ ਬਾਅਦ ਉਹ ਔਰਤ ਅਜਿਹਾ ਕਰਦੀ ਕਈ ਵਾਰ ਦੇਖੀ ਗਈ। ਇੱਕ ਦਿਨ ਅੰਮ੍ਰਿਤ ਵੇਲੇ ਜਦੋਂ ਹਰਦੇਵ ਸਿੰਘ ਪਾਠ ਕਰ ਰਹੇ ਸੀ ਤਾਂ ਉਹਨਾਂ ਨੇ ਕਿਸੇ ਦੇ ਚਿল্ਲਾਉਣ ਦੀ ਆਵਾਜ਼ ਸੁਣੀ। ਹਰਦੇਵ ਸਿੰਘ ਉੱਠੇ ਤੇ ਪਾਠ ਕਰਦੇ ਕਰਦੇ ਕਮਰੇ ਦੇ ਵਿੱਚੋਂ ਬਾਹਰ ਆਏ ਤਾਂ ਉਹ ਦੇਖ ਕੇ ਹੈਰਾਨ ਹੋ ਗਏ ਕਿ ਉਹ ਔਰਤ ਕੋਰੀਡੋਰ ਦੇ ਵਿੱਚ ਲੇਟੀ ਪਈ ਹੈ ਤੇ ਉੱਚੀ ਰੋ ਰਹੀ ਹੈ। ਉਸ ਦੀਆਂ ਆਵਾਜ਼ਾਂ ਸੁਣ ਕੇ ਸਟਾਫ ਦੇ 2 ਹੋਰ ਮੈਂਬਰ ਵੀ ਉਸ ਦੇ ਕੋਲ ਆਏ। ਜਦੋਂ ਉਹਨਾਂ ਨੇ ਉਸ ਔਰਤ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿਸੇ ਗਾਇਬ ਸ਼ਕਤੀ ਨੇ ਉਹਨਾਂ ਦੋਨਾਂ ਦੇ ਉੱਤੇ ਹਮਲਾ ਕਰ ਦਿੱਤਾ ਤੇ ਡਰ ਕੇ ਉਹ ਦੋਨੋਂ ਸਟਾਫ ਮੈਂਬਰ ਪਿੱਛੇ ਹਟ ਗਏ। ਹਰਦੇਵ ਸਿੰਘ ਕੁਝ ਵੀ ਸਮਝ ਨਹੀਂ ਪਾਏ। ਉਸ ਔਰਤ ਦੀ ਮਦਦ ਕਰਨ ਵਾਸਤੇ ਉਹ ਅੱਗੇ ਵਧੇ। ਉਹ ਆਪਣੇ ਮੂੰਹ ਦੇ ਵਿੱਚ ਜਪਜੀ ਸਾਹਿਬ ਦਾ ਪਾਠ ਕਰ ਰਹੇ ਸੀ ਤੇ ਉਸ ਔਰਤ ਦੇ ਕੋਲ ਗਏ, ਉਸ ਦਾ ਹੱਥ ਫੜ ਕੇ ਉਸ ਨੂੰ ਉਠਾਇਆ। ਇਸ ਵਾਰ ਉਹ ਹਮਲਾ ਕਿਸੇ ਗਾਇਬ ਸ਼ਕਤੀ ਨੇ ਹਰਦੇਵ ਸਿੰਘ ਦੇ ਉੱਤੇ ਕੀਤਾ, ਜਿਸ ਤੋਂ ਬਾਅਦ ਉਹ ਸਭ ਕੁਝ ਸਮਝ ਗਏ। ਉਹਨਾਂ ਨੇ ਜਪਜੀ ਸਾਹਿਬ ਦਾ ਪਾਠ ਉੱਚੀ ਆਵਾਜ਼ ਦੇ ਵਿੱਚ ਕਰਨਾ ਸ਼ੁਰੂ ਕਰ ਦਿੱਤਾ ਤੇ ਉਸ ਔਰਤ ਨੂੰ ਇੱਕ ਪਾਸੇ ਲੈ ਗਏ। ਉੱਥੇ ਖੜੇ ਸਟਾਫ ਦੇ ਮੈਂਬਰ ਇਹ ਸਭ ਕੁਝ ਦੇਖ ਰਹੇ ਸੀ ਤੇ ਕੁਝ ਚਿਰਾਂ ਬਾਅਦ ਉਹਨਾਂ ਨੇ ਇੱਕ ਉੱਚੀ ਚੀਖ ਦੀ ਆਵਾਜ਼ ਉੱਥੇ ਸੁਣੀ। ਕੁਝ ਸਮੇਂ ਬਾਅਦ ਉੱਥੇ ਹੋਟਲ ਦਾ ਮੈਨੇਜਰ ਆਇਆ ਤੇ ਇੱਕ ਵਹਿਮ ਕਹਿ ਕੇ ਇਹ ਸਭ ਕੁਝ ਭੁੱਲਣ ਵਾਸਤੇ ਕਿਹਾ। ਹਰਦੇਵ ਸਿੰਘ ਕੁਝ ਵੀ ਨਹੀਂ ਬੋਲੇ ਤਾਂ ਉੱਥੋਂ ਜਾਣ ਲੱਗੇ ਤਾਂ ਉਸ ਔਰਤ ਨੇ ਉਹਨਾਂ ਨੂੰ ਰੋਕ ਕੇ ਕਿਹਾ ਕਿ ਮੇਰੀ ਹੈਲਪ ਕਰੋ। ਹਰਦੇਵ ਸਿੰਘ ਨੇ ਕਿਹਾ ਕਿ ਤੁਸੀਂ ਇਹ ਹੋਟਲ ਕਿਉਂ ਨਹੀਂ ਬਦਲ ਦਿੰਦੇ ਤਾਂ ਔਰਤ ਕਹਿਣ ਲੱਗੀ ਕਿ ਹੋਟਲ ਬਹੁਤ ਸਸਤਾ ਹੈ ਤੇ ਮੈਨੂੰ ਇਹ ਨਜ਼ਦੀਕ ਪੈਂਦਾ ਹੈ ਜਿੱਥੇ ਮੈਂ ਕੰਮ ਕਰਦੀ ਹਾਂ, ਮੇਰੇ ਕੋਲ ਹੋਰ ਕੋਈ ਵੀ ਰਸਤਾ ਨਹੀਂ ਹੈ। ਸੋ ਅਗਲੇ 2 ਦਿਨ ਉਹ ਔਰਤ ਹਰਦੇਵ ਸਿੰਘ ਦੇ ਕੋਲ ਅੰਮ੍ਰਿਤ ਵੇਲੇ ਆ ਜਾਂਦੀ ਤੇ ਬਾਣੀ ਸੁਣਦੀ। ਹਰਦੇਵ ਸਿੰਘ ਨੇ ਉਸ ਨੂੰ ਮੂਲ ਮੰਤਰ ਇੰਗਲਿਸ਼ ਦੇ ਵਿੱਚ ਲਿਖ ਕੇ ਦਿੱਤਾ, ਜਿਸ ਦਾ ਜਾਪ ਉਸ ਨੇ ਹਰ ਵਕਤ ਕਰਨਾ ਸ਼ੁਰੂ ਕਰ ਦਿੱਤਾ। 2 ਦਿਨ ਹਰਦੇਵ ਸਿੰਘ ਉੱਥੇ ਰੁਕੇ ਤੇ ਉਸ ਔਰਤ ਨੇ ਮੁੜ ਕੇ ਅਜਿਹਾ ਵਰਤੀਰਾ ਨਹੀਂ ਕੀਤਾ। ਹਰਦੇਵ ਸਿੰਘ ਆਪਣਾ ਕੰਮ ਖਤਮ ਕਰਕੇ ਹੋਟਲ ਛੱਡ ਕੇ ਚਲੇ ਗਏ। ਸਮਾਂ ਲੰਘਿਆ ਤਾਂ ਫਿਰ 2019 ਦੇ ਵਿੱਚ ਹਰਦੇਵ ਸਿੰਘ ਲਾਸ ਐਂਜਲਿਸ ਫਿਰ ਗਏ ਤੇ ਉਸੇ ਹੋਟਲ ਦੇ ਕੋਲ ਉਹਨਾਂ ਨੂੰ ਉਹ ਔਰਤ ਮਿਲੀ। ਉਸ ਔਰਤ ਨੇ ਹਰਦੇਵ ਸਿੰਘ ਨੂੰ ਪਹਿਚਾਣ ਲਿਆ ਤੇ ਕਹਿਣ ਲੱਗੀ ਕਿ ਮੂਲ ਮੰਤਰ ਦੀ ਇੰਨੀ ਕਿਰਪਾ ਹੋਈ ਕਿ ਉਸ ਨੂੰ ਵਧੀਆ ਨੌਕਰੀ ਮਿਲ ਗਈ ਤੇ ਘਰ ਵੀ ਮਿਲ ਗਿਆ। ਉਸ ਦੀ ਹੁਣ ਮੈਰਿਜ ਵੀ ਹੋ ਚੁੱਕੀ ਹੈ ਤੇ ਉਸ ਦੇ ਨਾਲ ਉਸ ਦੀ ਇੱਕ ਬੱਚੀ ਵੀ ਸੀ। ਉਸ ਨੇ ਆਪਣੀ ਬੱਚੀ ਨੂੰ ਕੁਝ ਬੋਲਣ ਵਾਸਤੇ ਕਿਹਾ। ਹਰਦੇਵ ਸਿੰਘ ਦੀ ਅੱਖਾਂ ਦੇ ਵਿੱਚ ਪਾਣੀ ਆ ਗਿਆ ਜਦੋਂ ਉਹਨਾਂ ਨੇ ਉਸ 4 ਸਾਲਾਂ ਦੀ ਅੰਗਰੇਜ਼ ਬੱਚੀ ਦੇ ਮੂੰਹੋਂ ਮੂਲ ਮੰਤਰ ਦੀ ਬਾਣੀ ਸੁਣੀ। ਉਹ ਔਰਤ ਕਹਿਣ ਲੱਗੀ ਕਿ ਜੇਕਰ ਅੱਜ ਤੋਂ ਹੀ ਉਸ ਨੂੰ ਮੂਲ ਮੰਤਰ ਸਿਖਾ ਦਿੱਤਾ ਜਾਵੇ ਤਾਂ ਜ਼ਿੰਦਗੀ ਦੇ ਵਿੱਚ ਕਦੀ ਵੀ ਉਸ ਨੂੰ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਜੇਕਰ ਜ਼ਿੰਦਗੀ ਦੇ ਵਿੱਚ ਮੁਸ਼ਕਿਲਾਂ ਵੀ ਆ ਗਈਆਂ ਤਾਂ ਉਸ ਨੂੰ ਝੱਲਣ ਦਾ ਹੌਸਲਾ ਵੀ ਇਸ ਨੂੰ ਮੂਲ ਮੰਤਰ ਹੀ ਦੇਵੇਗਾ।